हाँ जी दोस्तों, की हाल चाल ने लैके आए तुहाडे लई एक होर इंटरस्टिंग वीडियो। दोस्तों, जेकर पूछा जाए कि दुनिया का सब तो पावरफुल देश किहड़ा है, तो तकरीबन सारिਆਂ ਦਾ जवाब होगा यूनाइटेड स्टेट्स ऑफ अमेरिका। जे पूछा जाए कि दुनिया की सब तो तकड़ी करेंसी किहड़ी है, तो इसका भी यही जवाब होगा अमरीकन डॉलर। दोस्तों, आप फिल्मां, अखबारां ਅਤੇ ਨਿਊਜ਼ ਚੈਨਲਾਂ ਵਿੱਚ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਕੋਈ ਵੱਡੀ ਡੀਲ ਹੁੰਦੀ ਆ ਤਾਂ ਉਸ ਦਾ ਲੈਣ ਦੇਣ ਯੂਐਸ ਡਾਲਰ ਵਿੱਚ ਕੀਤਾ ਜਾਂਦਾ। ਇਹ ਕਿਵੇਂ ਸੰਭਵ ਹੋਇਆ ਕਿ ਯੂਐਸ ਡਾਲਰ ਪੂਰੇ ਦੁਨੀਆ ਦੀ ਮਾਰਕੀਟ ਤੇ ਆਪਣਾ ਕਬਜ਼ਾ ਕਰੀ ਬੈਠਾ ਹੋਵੇ। ਦੋਸਤੋ, ਇਹੀ ਟੌਪਿਕ ਆ ਕਿ ਯੂਐਸ ਡਾਲਰ ਦੁਨੀਆ ਨੂੰ ਕਿਵੇਂ ਕੰਟਰੋਲ ਵਿੱਚ ਰੱਖਦਾ। ਦੋਸਤੋ, ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ, ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ। ਦੋਸਤੋ, ਅੱਜ ਦੁਨੀਆ ਜਿਸ ਦੌਰ ਤੋਂ ਗੁਜ਼ਰ ਰਹੀ ਹੈ, ਹਰ ਇੱਕ ਇਨਸਾਨ ਪੈਸਿਆਂ ਦੀ ਤੰਗੀ ਕਾਰਨ ਹੋਰ ਵੀ ਭਿਆਨਕ ਸਥਿਤੀ ਵਿੱਚ ਜਾ ਰਹੀ ਹੈ। ਇਹ ਸਿਚੁਏਸ਼ਨ ਇਨਫਲੇਸ਼ਨ ਯਾਨੀ ਕਿ ਮਹਿੰਗਾਈ ਦੀ ਵਜ੍ਹਾ ਨਾਲ ਹੋਰ ਵੀ ਵੱਧ ਰਹੀ ਹੈ। ਇਹ ਇਨਫਲੇਸ਼ਨ ਹੀ ਨਹੀਂ ਬਲਕਿ ਐਕਸਲਰੇਟਡ ਇਨਫਲੇਸ਼ਨ ਹੈ। ਹੁਣ ਇੱਥੇ ਦੋ ਸਵਾਲ ਸਾਹਮਣੇ ਆਉਂਦੇ ਨੇ। ਪਹਿਲਾ, ਇਸ ਦੇ ਪਿੱਛੇ ਕੀ ਕਾਰਨ ਹੈ? ਦੂਜਾ, ਕੀ ਸਾਰੇ ਦੇਸ਼ਾਂ ਤੇ ਇਸ ਦਾ ਬਰਾਬਰ ਅਸਰ ਦੇਖਣ ਨੂੰ ਮਿਲਦਾ ਹੈ? ਪਹਿਲੇ ਸਵਾਲ ਦੇ ਜਵਾਬ ਵਿੱਚ ਦੋ ਕਾਰਨ ਕੋਵਿਡ-19 ਤੇ ਰਸ਼ੀਆ ਯੂਕਰੇਨ ਵਾਰ। ਜਿੱਥੇ ਕੋਵਿਡ-19 ਨੇ ਦੁਨੀਆ ਦੀ ਇਕਨੋਮੀ ਦੀ ਕਮਰ ਤੋੜ ਦਿੱਤੀ, ਉੱਥੇ ਰਸ਼ੀਆ ਯੂਕਰੇਨ ਵਾਰ ਨਾਲ ਵੀ ਦੁਨੀਆ ਤੇ ਡੂੰਘਾ ਅਸਰ ਪਿਆ। ਐਗਜ਼ਾਮਪਲ ਦੇ ਤੌਰ ਤੇ ਕੁਝ ਮਹੀਨੇ ਪਹਿਲਾਂ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਰੁਪਏ ਵਿੱਚ 75 ਰੁਪਏ ਸੀ ਤੇ ਅੱਜ ਲਗਭਗ 82 ਰੁਪਏ ਤੱਕ ਹੋ ਗਈ ਹੈ। ਅਤੇ ਸਿਰਫ ਭਾਰਤੀ ਰੁਪਈਆ ਹੀ ਕਿਉਂ, ਯੂਨਾਈਟਿਡ ਕਿੰਗਡਮ ਜੋ ਦੁਨੀਆ ਦੀ 6ਵੀਂ ਸਭ ਤੋਂ ਪਾਵਰਫੁਲ ਕਰੰਸੀ ਹੈ, ਉਸ ਦਾ ਪਾਉਂਡ ਵੀ 0.75 ਤੋਂ ਲੈ ਕੇ 0.85 ਤੱਕ ਜਾ ਪਹੁੰਚਿਆ ਹੈ। ਹੁਣ ਇਸ ਐਗਜ਼ਾਮਪਲ ਨਾਲ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ। ਪਹਿਲਾਂ, ਜਦੋਂ ਵੀ ਕਿਸੇ ਦੋ ਕਰੰਸੀਆਂ ਨੂੰ ਆਪਸ ਵਿੱਚ ਕੰਪੇਅਰ ਕੀਤਾ ਜਾਂਦਾ ਹੈ ਤਾਂ ਸਟੈਂਡਰਡ ਦੇ ਤੌਰ ਤੇ ਯੂਐਸ ਡਾਲਰ ਦੀ ਯੂਜ਼ ਕੀਤੇ ਜਾਂਦੇ ਨੇ। ਦੂਜਾ, ਯੂਐਸ ਡਾਲਰ ਪਹਿਲਾਂ ਨਾਲੋਂ ਹੋਰ ਵੀ ਮਜ਼ਬੂਤ ਹੋਇਆ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਕਿਉਂ ਸਾਰੇ ਦੇਸ਼ ਇਸ ਡਾਲਰ ਨੂੰ ਟ੍ਰਾਂਜੈਕਸ਼ਨ ਦੇ ਤੌਰ ਤੇ ਯੂਜ਼ ਕਰਦੇ ਨੇ। ਦੁਨੀਆ ਕਿੰਨੀ ਹੀ ਬੁਰੀ ਆਰਥਿਕ ਸਥਿਤੀ ਵਿੱਚ ਹੋਵੇ, ਅਮਰੀਕਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਡਾਲਰ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਦਾ ਹੈ। ਕੀ ਅਮਰੀਕਾ ਦੇ ਵਰਲਡ ਡੋਮੀਨੈਂਟ ਹੋਣ ਨਾਲ ਦੂਜੇ ਦੇਸ਼ਾਂ ਨੂੰ ਵੀ ਫਾਇਦਾ ਹੈ? ਜੇ ਅਜਿਹਾ ਨਾ ਹੁੰਦਾ ਹੈ ਤਾਂ ਯੂਐਸ ਆਪਣੀ ਪੋਜੀਸ਼ਨ ਨੂੰ ਮੇਨਟੇਨ ਨਹੀਂ ਰੱਖ ਸਕਦਾ। ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਅਮਰੀਕਾ ਨੂੰ ਕੁਝ ਸਾਲਾਂ ਦਾ ਨਹੀਂ, ਬਹੁਤ ਦਹਾਕਿਆਂ ਦਾ ਸਮਾਂ ਲੱਗਿਆ। ਬਹੁਤ ਸੰਘਰਸ਼ ਸਮਾਂ ਸਟ੍ਰੈਟਜੀ ਬਿਲਡਅਪ ਕਰਨ ਤੋਂ ਬਾਅਦ ਸਟੈਪ ਬਾਈ ਸਟੈਪ ਵਰਲਡ ਡੋਮੀਨੈਂਸ ਨੂੰ ਹਾਸਲ ਕੀਤਾ। ਜੇ ਘੱਟ ਸ਼ਬਦਾਂ ਵਿੱਚ ਕਹੀਏ ਤਾਂ ਇਸ ਦੇ ਫਾਇਦੇ ਵੀ ਨੇ ਤੇ ਨਹੀਂ ਵੀ। ਇਸ ਨੂੰ ਸਮਝਣ ਲਈ ਅਸੀਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਲੈਂਦੇ ਹਾਂ। ਤਕਰੀਬਨ 4-5 ਹਜ਼ਾਰ ਸਾਲ ਪਹਿਲਾਂ ਲੋਕ ਪੈਸਿਆਂ ਦੀ ਥਾਂ ਗੁੱਡਸ ਅਤੇ ਸਰਵਿਸਿਜ਼ ਦੁਆਰਾ ਇੱਕ ਦੂਜੇ ਦੀ ਪੇਮੈਂਟ ਕਰਦੇ ਸਨ। ਜਿਵੇਂ ਇੱਕ ਕਿਸਾਨ ਫਸਲ ਵੇਚਦਾ ਹੈ ਤੇ ਦੂਜਾ ਕਿਸਾਨ ਸਬਜ਼ੀ ਵੇਚਦਾ ਹੈ। ਇਸ ਆਧਾਰ ਤੇ ਦੋਵੇਂ ਆਪੋ ਆਪਣੀਆਂ ਜ਼ਰੂਰਤਾਂ ਅਨੁਸਾਰ ਆਦਾਨ ਪ੍ਰਦਾਨ ਕਰਦੇ ਨੇ। ਪਰ ਇਹ ਪ੍ਰੋਸੈਸ ਬਹੁਤ ਜ਼ਿਆਦਾ ਪ੍ਰੈਕਟੀਕਲ ਨਹੀਂ ਸੀ, ਕਿਉਂਕਿ ਕਦੇ-ਕਦੇ ਇਹ ਵੀ ਹੁੰਦਾ ਸੀ ਕਿ ਕਿਸੇ ਵਿਅਕਤੀ ਨੂੰ ਉਹ ਸਮਾਨ ਨਹੀਂ ਚਾਹੀਦਾ ਸੀ ਜੋ ਸਾਹਮਣੇ ਵਾਲਾ ਉਸ ਨੂੰ ਦੇਣਾ ਚਾਹੁੰਦਾ ਹੋਵੇ, ਜਿਸ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ। ਤਾਂ ਵਿਅਕਤੀ ਨੂੰ ਜਾਂ ਤਾਂ ਕਿਸੇ ਦੂਜੇ ਵਿਅਕਤੀ ਨੂੰ ਆਪਣੀ ਜ਼ਰੂਰਤ ਅਨੁਸਾਰ ਸਮਾਨ ਪ੍ਰਾਪਤ ਕਰਨ ਲਈ ਲੱਭਣਾ ਪੈਂਦਾ ਸੀ ਜਾਂ ਸਮਾਨ ਆਉਣ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਹ ਸਭ ਕੁਝ ਬਹੁਤ ਜ਼ਿਆਦਾ ਕੰਪਲਿਕੇਟਡ ਸੀ। ਇਸ ਕਰਕੇ ਅਜਿਹੇ ਯੂਨੀਵਰਸਲ ਕਨਸੈਪਟ ਦੀ ਜ਼ਰੂਰਤ ਪੈਦਾ ਹੋ ਗਈ ਜਿਸ ਨਾਲ ਕਿਸੇ ਵੀ ਤਰੀਕੇ ਦੇ ਪ੍ਰੋਡਕਟ ਜਾਂ ਸਰਵਿਸਿਜ਼ ਲਈਆਂ ਜਾ ਸਕਦੀਆਂ ਸੀ, ਅਤੇ ਇਹ ਸੀ ਮਨੀ ਦਾ ਕਨਸੈਪਟ। ਇਸ ਕਨਸੈਪਟ ਦੇ ਆਉਣ ਨਾਲ ਅਜਿਹੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਗਈਆਂ। ਯੂਐਸ ਡਾਲਰ ਵੀ ਕੁਝ ਅਜਿਹਾ ਰੋਲ ਹੀ ਨਿਭਾ ਰਿਹਾ ਹੈ। ਇਸ ਲਈ ਯੂਐਸ ਡਾਲਰ ਦੇ ਯੂਨੀਵਰਸਲ ਯੂਜ਼ ਦੀ ਪ੍ਰੈਕਟਿਸ ਜੋ ਕਦੇ ਬ੍ਰੈਟਨ ਵੁਡਸ ਐਗਰੀਮੈਂਟ ਰਾਹੀਂ ਸ਼ੁਰੂ ਹੋਈ ਸੀ, ਉਹ ਅੱਜ ਕੱਲ੍ਹ ਇਸ ਦੇ ਨਾ ਹੋਣ ਨਾਲ ਵੀ ਇੱਕ ਕਾਮਨ ਪ੍ਰੈਕਟਿਸ ਬਣ ਚੁੱਕੀ ਹੈ। ਇਸ ਦਾ ਇਹ ਫਾਇਦਾ ਹੁੰਦਾ ਹੈ ਕਿ ਦੇਸ਼ਾਂ ਨੂੰ ਆਪਸ ਵਿੱਚ ਟ੍ਰੇਡ ਕਰਦੇ ਸਮੇਂ ਕਨਫਿਊਜ਼ ਨਹੀਂ ਹੋਣਾ ਪੈਂਦਾ ਕਿ ਉਹ ਕਿਹੜੀ ਕਰੰਸੀ ਨਾਲ ਪੇਮੈਂਟ ਕਰਨਾ ਚਾਹੁੰਦੇ ਨੇ ਜਾਂ ਕਿਹੜੀ ਕਰੰਸੀ ਉਹਨਾਂ ਨੇ ਐਕਸੈਪਟ ਕਰਨੀ ਹੈ। ਪਰ ਇਸ ਦਾ ਨੁਕਸਾਨ ਵੀ ਹੈ। ਅਜਿਹਾ ਇਸ ਲਈ ਕਿਉਂਕਿ ਯੂਐਸ ਜੋ ਪਾਲਿਸੀਜ਼ ਬਣਾਉਂਦਾ ਹੈ ਉਹ ਅਕਸਰ ਆਪਣੇ ਲੋਕਾਂ ਨੂੰ ਦੇਖ ਕੇ ਹੀ ਬਣਾਉਂਦਾ ਹੈ। ਇਸ ਲਈ ਯੂਐਸ ਜਦ ਆਪਣੀਆਂ ਕਿਸੇ ਵੀ ਪਾਲਿਸੀਜ਼ ਵਿੱਚ ਤਬਦੀਲੀ ਲਿਆਉਂਦਾ ਹੈ ਤਾਂ ਉਹ ਨਵੀਆਂ ਪਾਲਿਸੀਜ਼ ਕੁਝ ਅਜਿਹੀਆਂ ਹੁੰਦੀਆਂ ਨੇ ਜੋ ਉਹਨਾਂ ਲਈ ਤਾਂ ਜ਼ਰੂਰੀ ਹੁੰਦੀਆਂ ਨੇ ਪਰ ਦੂਜੇ ਦੇਸ਼ਾਂ ਲਈ ਨਹੀਂ। ਇਸ ਦਾ ਨੁਕਸਾਨ ਦੂਜੇ ਦੇਸ਼ਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸੇ ਦੇਸ਼ ਲਈ ਕੀ ਜ਼ਰੂਰੀ ਹੈ, ਯੂਐਸ ਡਾਲਰ ਦੇ ਸਸਤਾ ਹੋਣਾ ਜਾਂ ਮਹਿੰਗਾ। ਜਦ ਡਾਲਰ ਸਟਰੋਂਗ ਹੁੰਦਾ ਹੈ
ਜੋ ਕਿ ਸਾਲ 2022 ਵਿੱਚ ਜ਼ਿਆਦਾਤਰ ਸਮਾਂ ਦੇਖਿਆ ਗਿਆ ਸੀ। ਦਾ ਇੱਕ ਬਿਲਕੁਲ ਡਾਇਰੈਕਟ ਇੰਪੈਕਟ ਇੰਪੋਰਟ ਐਕਸਪੋਰਟ ਤੇ ਦੇਖਣ ਨੂੰ ਮਿਲਦਾ ਹੈ। ਇਸ ਨੂੰ ਸਮਝਣ ਲਈ ਇੱਕ ਥੀਮ ਡਿਸਾਈਡ ਕਰਦੇ ਹਾਂ, ਜਿੱਥੇ ਭਾਰਤ ਸੌਫਟ ਟॉयਜ਼ ਨੂੰ US ਵਿੱਚ ਐਕਸਪੋਰਟ ਕਰਨਾ ਚਾਹੁੰਦਾ ਹੈ। ਸਪੋਜ਼ ਕਿ ਇਹ ਸੌਫਟ ਟॉय ਦੋ ਤਰ੍ਹਾਂ ਦੇ ਨੇ, ਇੱਕ 70 ਰੁਪਏ ਦਾ, ਇੱਕ 80 ਰੁਪਏ ਦਾ। ਪੱਕਾ ਹੀ ਹੈ ਕਿ 80 ਰੁਪਏ ਵਾਲਾ ਟॉय ਵੱਡਾ ਤੇ ਬਿਹਤਰ ਹੈ। ਤਾਂ ਪਹਿਲਾਂ ਜਦ ਇੱਕ US ਡਾਲਰ ਦੀ ਕੀਮਤ ਭਾਰਤੀ 70 ਰੁਪਏ ਸੀ, ਉਸ ਦੌਰਾਨ 70 ਰੁਪਏ ਦਾ ਇੱਕ ਟॉय ਭਾਰਤ ਤੋਂ US ਜਾਂਦਾ ਹੈ। ਜਦ ਇਹ ਵੈਲਿਊ 80 ਰੁਪਏ ਹੋ ਗਈ ਤਾਂ ਹੁਣ US ਵਿੱਚ 80 ਰੁਪਏ ਵਾਲਾ ਸੌਫਟ ਟॉय ਮਿਲੇਗਾ। ਮਤਲਬ ਕਿ ਸੇਮ USDT ਵਿੱਚ ਇੱਕ ਵਧੀਆ ਤੇ ਬੜਾ ਪ੍ਰੋਡਕਟ, ਮਤਲਬ ਕਿ ਸਸਤਾ ਖਰੀਦ ਕੇ ਮਹਿੰਗਾ ਵੇਚਣਾ। ਇਹ ਬਹੁਤ ਹੀ ਸਿੰਪਲ ਵੇ ਨਾਲ ਸਮਝਾਇਆ ਗਿਆ ਹੈ। ਇਸ ਲਈ ਇਹ ਵੀ ਧਿਆਨ ਰੱਖਿਆ ਜਾਵੇ, ਅਸੀਂ ਇਸ ਨੂੰ ਐਡੀਸ਼ਨਲ ਫੈਕਟਰ ਜਿਵੇਂ ਕਿ ਟੈਕਸ, ਐਕਸਪੋਰਟ ਕਾਸਟ ਆਦਿ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਹੁਣ ਇਹ ਐਗਜ਼ਾਮਪਲ ਸਿਰਫ ਭਾਰਤ ਦੇ ਦੋ ਪ੍ਰੋਡਕਟ ਦੇ ਵਿੱਚ ਹੀ ਨਹੀਂ, ਸਗੋਂ ਭਾਰਤ ਅਤੇ ਹੋਰ ਦੇਸ਼ਾਂ ਦੇ ਪ੍ਰੋਡਕਟਸ ਉੱਤੇ ਵੀ ਲਾਗੂ ਹੁੰਦੀ ਹੈ। ਭਾਵ ਕਿ ਜੇਕਰ ਭਾਰਤ ਲਈ US ਡਾਲਰ ਮਹਿੰਗਾ ਹੋਵੇਗਾ ਤਾਂ ਭਾਰਤ ਲਈ US ਵਿੱਚ ਐਕਸਪੋਰਟ ਕਰਨਾ ਜ਼ਿਆਦਾ ਸਸਤਾ ਹੋਵੇਗਾ। ਤਾਂ ਇਸ ਤਰ੍ਹਾਂ US ਡਾਲਰ ਦਾ ਮਹਿੰਗਾ ਹੋਣਾ ਕਿਸੇ ਇੱਕ ਦੇਸ਼ ਦੇ ਐਕਸਪੋਰਟ ਲਈ ਅਪਰ ਹੈਂਡ ਜਾਂ ਲੋਅਰ ਹੈਂਡ ਪ੍ਰੋਵਾਈਡ ਕਰਦਾ ਹੈ। ਇਸੇ ਤਰ੍ਹਾਂ ਉਹ ਕਾਰਪੋਰੇਟ ਜੋ US ਡਾਲਰ ਵਿੱਚ ਕਮਾਉਂਦੇ ਨੇ, ਉਹਨਾਂ ਨੂੰ ਵੀ ਇਸ ਦਾ ਬਹੁਤ ਵੱਡਾ ਬੈਨੀਫਿਟ ਹੁੰਦਾ ਹੈ। ਇਸ ਨੂੰ ਸਮਝਣ ਲਈ ਅਸੀਂ ਇੱਕ ਫ੍ਰੀਲਾਂਸ ਦਾ ਐਗਜ਼ਾਮਪਲ ਲੈਂਦੇ ਹਾਂ, ਪਰ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਫ੍ਰੀਲਾਂਸਿੰਗ ਕੀ ਹੁੰਦੀ ਹੈ। ਅਸਲ ਵਿੱਚ ਇਹ ਕੰਮ ਕਰਨ ਦਾ ਇੱਕ ਤਰੀਕਾ ਹੈ ਜਿਸ ਵਿੱਚ ਕੋਈ ਫ੍ਰੀਲਾਂਸਰ ਬਿਨਾਂ ਫੁੱਲ ਟਾਈਮ ਇਨਵੋਲਵਮੈਂਟ ਦੇ ਕਿਸੇ ਕਲਾਇੰਟ ਲਈ ਪ੍ਰੋਜੈਕਟ ਜਾਂ ਆਰਡਰ ਬੇਸਿਸ ਦੇ ਕੰਮ ਕਰਦਾ ਹੈ। ਉਦਾਹਰਨ ਦੇ ਤੌਰ ਤੇ ਕੋਈ ਪਰਸਨ ਜੋ ਘਰ ਬੈਠੇ ਰਾਈਟਿੰਗ ਦਾ ਕੰਮ ਕਰਦਾ ਹੈ ਤੇ ਉਹਨਾਂ ਕਿਸੇ ਦੂਜੇ ਦੇਸ਼ ਤੋਂ ਕਿਸੇ ਫ੍ਰੀਲਾਂਸਿੰਗ ਪਲੇਟਫਾਰਮ ਦੇ ਥਰੂ ਕੋਈ ਰਾਈਟਿੰਗ ਦਾ ਆਰਡਰ ਮਿਲਦਾ ਹੈ, ਤਾਂ ਆਰਡਰ ਪੂਰਾ ਹੋਣ ਤੋਂ ਬਾਅਦ ਜੇ ਉਹ US ਡਾਲਰ ਵਿੱਚ ਪੇਮੈਂਟ ਲਵੇਗਾ ਤੇ ਉਸ ਸਮੇਂ ਜੇਕਰ ਡਾਲਰ ਦਾ ਰੇਟ ਉੱਠਿਆ ਹੋਵੇਗਾ ਤਾਂ ਪੱਕਾ ਹੈ ਕਿ ਉਸ ਫ੍ਰੀਲਾਂਸਰ ਦੀ ਉਸ ਸਮੇਂ ਆਰਡਰ ਪੂਰਾ ਕਰਨ ਲਈ ਜ਼ਿਆਦਾ ਕਮਾਈ ਹੋਵੇਗੀ। ਤਾਂ ਇਸੇ ਤਰ੍ਹਾਂ ਜੇਕਰ ਵੱਡੇ ਕਾਰਪੋਰੇਟ ਦੀ ਗੱਲ ਕੀਤੀ ਜਾਵੇ ਜਿੱਥੇ EMPLOYEES ਨੂੰ US ਡਾਲਰ ਵਿੱਚ ਪੇਮੈਂਟ ਮਿਲਦੀ ਹੈ, ਤਾਂ ਉਹਨਾਂ ਨੂੰ ਇਸ ਤਰ੍ਹਾਂ ਹੀ ਫਾਇਦਾ ਹੁੰਦਾ ਹੈ। ਇੱਥੇ ਜੋ ਗੱਲ ਸੋਚਣ ਵਾਲੀ ਹੈ ਉਹ ਇਹ ਹੈ ਕਿ ਜੇਕਰ US ਡਾਲਰ ਦੇ ਉੱਪਰ ਚੜ੍ਹਨ ਨਾਲ ਲੋਕਾਂ ਨੂੰ ਇੰਨਾ ਫਾਇਦਾ ਹੁੰਦਾ ਹੈ ਤਾਂ ਲੋਕ ਇਸ ਤੋਂ ਇੰਨਾ ਡਰਦੇ ਕਿਉਂ ਨਹੀਂ। ਇਸ ਗੱਲ ਨੂੰ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵੀ ਦੇਸ਼ ਸਿਰਫ US ਡਾਲਰ ਵਿੱਚ ਹੀ ਟ੍ਰੇਡ ਨਹੀਂ ਕਰਦਾ। US ਡਾਲਰ ਇੱਕ ਸਟੈਂਡਰਡ ਕਰੰਸੀ ਹੈ, ਪਰ ਇਹ ਕਰੰਸੀ ਇਕਲੌਤੀ ਨਹੀਂ ਹੈ। ਇਸ ਲਈ ਆਪਣੇ ਜਾਂ ਦੂਸਰੇ ਦੇਸ਼ਾਂ ਦੇ ਅਕੋਰਡਿੰਗ ਇੱਕ ਦੇਸ਼ USD ਦੇ ਇਲਾਵਾ ਹੋਰ ਕਰੰਸੀ ਵਿੱਚ ਵੀ ਟ੍ਰੇਡ ਕਰਦਾ ਹੈ। ਜਦ USD ਚੜ ਰਹੇ ਹੋਣਗੇ, ਭਾਵ ਦੂਜੀਆਂ ਕਰੰਸੀਜ਼ ਡਿੱਗ ਰਹੀਆਂ ਹੋਣਗੀਆਂ, ਤਾਂ ਇਹਨਾਂ ਕਰੰਸੀਆਂ ਵਿੱਚ ਕੋਈ ਵੀ ਕਮੋਡਿਟੀ ਜਾਂ ਕੱਚਾ ਮਾਲ ਖਰੀਦਣਾ ਇੱਕ ਦੇਸ਼ ਲਈ ਮਹਿੰਗਾ ਪਵੇਗਾ ਤੇ ਇਸ ਦਾ ਅਸਰ ਉਸ ਦੇ ਅੱਗੇ ਹੋਣ ਵਾਲੇ ਹੋਰ ਟ੍ਰੇਡ ਉੱਤੇ ਵੀ ਪਵੇਗਾ। ਹਰ ਇੱਕ ਦੇਸ਼ ਕੋਈ ਨਾ ਕੋਈ ਕਮੋਡਿਟੀ ਸਪਲਾਈ ਜਾਂ ਬਾਏ ਕਰਦਾ ਹੀ ਹੈ, ਜਿਸ ਨਾਲ ਸਾਰੀਆਂ ਕਮੋਡਿਟੀਜ਼ ਜਾਂ ਰॉ ਮਟੀਰੀਅਲਸ ਦਾ ਪ੍ਰਾਈਸ ਵੱਧ ਜਾਂਦਾ ਹੈ ਤੇ ਇਸ ਦੇ ਰਿਐਕਸ਼ਨ ਕਰਕੇ ਇਹਨਾਂ ਦੀ ਡਿਮਾਂਡ ਨੂੰ ਘੱਟ ਕਰਨਾ ਪੈਂਦਾ ਹੈ। ਇਸ ਨਾਲ ਤੁਹਾਨੂੰ ਇਹ ਤਾਂ ਸਮਝ ਆ ਗਿਆ ਹੋਵੇਗਾ ਕਿ ਵਰਲਡ ਇਕਨੋਮਿਕਸ ਇੱਕ ਬਹੁਤ ਹੀ ਕੰਪਲਿਕੇਟਡ ਸਬਜੈਕਟ ਹੈ ਤੇ ਮਜ਼ੇਦਾਰ ਗੱਲ ਇਹ ਹੈ ਕਿ ਆਪ US ਵੀ ਇਸ ਕੰਪਲਿਕੇਸ਼ਨ ਤੋਂ ਨਹੀਂ ਬਚ ਪਾਇਆ। ਜਿਸ ਤਰ੍ਹਾਂ USD ਦੇ ਮਹਿੰਗੇ ਹੋਣ ਨਾਲ ਐਕਸਪੋਰਟ ਕਰਨ ਵਿੱਚ ਫਾਇਦਾ ਮਿਲਦਾ ਹੈ, ਜਿਵੇਂ ਕਿ ਜਦ US ਵਿੱਚ ਐਕਸਪੋਰਟ ਜ਼ਿਆਦਾ ਹੋਣਾ ਸ਼ੁਰੂ ਹੋਵੇਗਾ ਤਾਂ ਇਸ ਦੇ ਬਾਅਦ ਉਸ ਦੇ ਲੋਕਲ ਪ੍ਰੋਡਕਟ ਘੱਟ ਵਿਕਣਗੇ, ਜਿਸ ਨਾਲ ਜੋ ਲੋਕਲ ਬਿਜ਼ਨਸ ਜਾਂ ਪ੍ਰੋਡਿਊਸਰ ਹਨ ਉਹਨਾਂ ਤੇ ਨੈਗੇਟਿਵ ਪ੍ਰਭਾਵ ਪਵੇਗਾ ਤੇ ਇਸ ਵਜ੍ਹਾ ਕਰਕੇ ਇਸ ਦੇ ਲਿੰਕ ਵਿੱਚ ਜੋ ਬਾਕੀ ਬਿਜ਼ਨਸ ਨੇ ਉਹਨਾਂ ਤੇ ਚੇਨ ਇਫੈਕਟ ਦੇਖਣ ਨੂੰ ਮਿਲੇਗਾ ਤੇ ਇਸ ਸਭ ਕਰਕੇ ਗਵਰਨਮੈਂਟ ਨੂੰ ਆਪਣੀਆਂ ਕੁਝ ਪਾਲਿਸੀਜ਼ ਵਿੱਚ ਚੇਂਜ ਲਿਆਉਣਾ ਪਵੇਗਾ। ਸੋ ਇੱਕ ਤਰ੍ਹਾਂ ਨਾਲ ਇਹ ਨੈਵਰ ਐਂਡਿੰਗ ਸਾਈਕਲ ਹੈ, ਜਿੱਥੇ ਇੱਕ ਸਮੇਂ ਕੋਈ ਪਾਲਿਸੀ ਵਧੀਆ ਸਾਬਤ ਹੁੰਦੀ ਹੈ ਤੇ ਕਦੇ ਦੂਜੇ ਸਮੇਂ ਕੋਈ ਹੋਰ। ਜਦ ਵੀ US ਵਿੱਚ ਕੁਝ ਚੇਂਜ ਹੁੰਦਾ ਹੈ ਤਾਂ ਇਸ ਨਾਲ ਪੂਰਾ ਵਰਲਡ ਇਫੈਕਟ ਹੁੰਦਾ ਹੈ, ਖਾਸ ਤੌਰ ਤੇ ਉਦੋਂ ਜਦ ਪਾਲਿਸੀ ਕਿਸੇ ਦੇਸ਼ ਦਾ ਨੁਕਸਾਨ ਕਰਨ ਲਈ ਹੀ ਬਣਾਈ ਗਈ ਹੋਵੇ। ਦੋਸਤੋ, ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਨਾਲ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਥੈਂਕ ਯੂ।